ਸਤਿ ਸ਼੍ਰੀ ਅਕਾਲ। दैनिक सवेरा टीवी देख रहे सारे दर्शकों का स्वागत है। इस वेले की वड्डी सियासी जिहड़ी खबर आ रही है तुहानूं दस रहे कि श्रोमणी अकाली दल नूं वड्डा झटका लग्या। जी हाँ, हाले 2 दिन पहला ही श्रोमणी अकाली दल की नवीं इस्त्री विंग की प्रधान हरगोबिंद कौर नूं जिहड़ा अहुदा संभालिया गया सी और उस तो बाद उसके विरोध दे विच अज 35 जिहड़ी इस्त्री विंग के ਵੱਖ-ਵੱਖ अहुदेदारां दे वल्लों अपने अस्तीफे दे दिते ने। तो कह सकते हैं कि अस्तीफियां की झड़ी लगा दी गई विरोध दे विच और मोहाली दे विच उन्हां दे वल्लों इकट्ठे होकर विरोध प्रदर्शन किया जा रहा। तो श्रोमणी अकाली दल की सिरदर्दी घटण का नाम नहीं लै रही और जिस दिन की श्रोमणी अकाली दल ने इस्त्री विंग की नवीं प्रधान की तैनाती की गई उस तो बाद लगातार जो विरोध हो रहा। और अज वड्डी खबर सब तो पहले तुहानूं असीं दैनिक सवेरा टीवी पर दस रहे हैं कि हुण 35 इस्त्री विंग दियां ਵੱਖ-ਵੱਖ अहुदेदारां दे वल्लों अपने अस्तीफे दे दिते गए। इस खबर की गलबात करते हैं। साडे नाल दैनिक सवेरा टीवी के ज्वाइंट एडिटर जुड़ चुके हैं पमिल वड्डी खबर कह सकते हैं, वड्डी सिरदर्दी भी नज़र आ रही है श्रोमणी अकाली दल दी। ਵੱਡੀ ਖਬਰ ਹੈ, ਵੱਡੀ ਸਿਰਦਰਦੀ ਔਰ ਬਹੁਤ ਵੱਡਾ ਝਟਕਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਲਈ। ਸ਼੍ਰੋਮਣੀ ਅਕਾਲੀ ਦਲ ਨੇ ਹਜੇ 2 ਦਿਨ ਪਹਿਲਾਂ ਹੀ ਮੁਕਤਸਰ ਤੋਂ ਆਂਗਣਵਾੜੀ ਵਰਕਰ ਯੂਨੀਅਨ ਦੀ ਜਿਹੜੀ ਕੌਮੀ ਪ੍ਰਧਾਨ ਨੇ ਉਹਨਾਂ ਨੂੰ ਹਰਗੋਬਿੰਦ ਕੌਰ ਨੂੰ ਇਸਤਰੀ ਵਿੰਗ ਦਾ ਪਾਰਟੀ ਦਾ ਪ੍ਰਧਾਨ ਥਾਪਿਆ ਸੀ, ਸੂਬਾ ਪ੍ਰਧਾਨ। ਔਰ 2 ਦਿਨਾਂ ਦੇ ਅੰਦਰ ਹੀ ਪਾਰਟੀ ਦੇ ਅੰਦਰ ਵੱਡੀ ਬਗਾਵਤ ਹੋਈ ਹੈ। ਅੱਜ ਮੋਹਾਲੀ ਦੇ ਵਿੱਚ ਪਾਰਟੀ ਦੇ ਅਹੁਦੇਦਾਰਾਂ, ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸਤਰੀ ਵਿੰਗ ਦੀਆਂ ਅਹੁਦੇਦਾਰ ਪਹੁੰਚੀਆਂ ਹੋਈਆਂ ਸਨ। ਇਹਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਪ੍ਰਧਾਨ, ਸਾਬਕਾ ਐਮਐਲਏ ਜਿਹੜੀਆਂ ਇਸਤਰੀ ਵਿੰਗ ਦੀਆਂ ਮੈਂਬਰ ਹੈਗੀਆਂ ਨੇ, ਵੱਖ-ਵੱਖ ਅਹੁਦੇ ਤੇ ਉੱਤੇ ਅਹੁਦੇਦਾਰ ਨੇ, ਉਹਨਾਂ ਦੀ ਮੀਟਿੰਗ ਹੋਈ ਹੈ ਮੋਹਾਲੀ ਦੇ ਵਿੱਚ। ਤਕਰੀਬਨ ਇੱਕ ਸਵੇਰ ਤੋਂ 11:30 ਵਜੇ ਤੋਂ ਇਹ ਮੀਟਿੰਗ ਚੱਲ ਰਹੀ ਹੈ। ਲੰਬੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਪਾਰਟੀ ਦੀਆਂ ਇਹਨਾਂ ਇਸਤਰੀ ਵਿੰਗ ਦੇ ਅਹੁਦੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ, ਬਹੁਤ ਸਖਤ ਸੁਨੇਹਾ ਦਿੱਤਾ ਹੈ ਜਿਸ ਦੇ ਵਿੱਚ ਜੋ ਅਧਿਕਾਰਿਕ ਤੌਰ ਤੇ ਇਹਨਾਂ ਅਹੁਦੇਦਾਰਾਂ ਨੇ ਬਿਆਨ ਜਾਰੀ ਕੀਤਾ ਹੈ ਉਹਦੇ ਵਿੱਚ ਇੱਕ ਸੁਖਬੀਰ ਸਿੰਘ ਬਾਦਲ ਦੇ ਨਾਮ ਸੰਦੇਸ਼ ਦਿੱਤਾ ਗਿਆ ਹੈ, ਪੱਤਰ ਹੈ, ਬੜੀ ਸਖਤ ਭਾਸ਼ਾ ਉਸ ਦੇ ਵਿੱਚ ਲਿਖੀ ਗਈ ਹੈ। ਮੈਂ ਉਹ ਦੱਸਣਾ ਚਾਹਨਾ ਤੁਹਾਨੂੰ ਜਿਸ ਵਿੱਚ ਲਿਖਿਆ ਗਿਆ ਹੈ ਕਿ ਪਾਰਟੀ ਵਿੱਚ ਨਵੇਂ ਬੰਦੇ ਸ਼ਾਮਲ ਹੋਣ, ਇਹ ਸਵਾਗਤਯੋਗ ਹੈ, ਪਰ ਉਹ ਕਤਾਰ ਵਿੱਚ ਪਿੱਛੇ ਖੜੇ ਹੋਣੇ ਚਾਹੀਦੇ ਨੇ। ਪਿੱਛੇ ਖੜੇ ਹੋਣ, ਆਪਣੀ ਯੋਗਤਾ ਸਾਬਤ ਕਰਕੇ ਅੱਗੇ ਹੋਣ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਤੋਂ ਉਲਟ ਹੋ ਰਿਹਾ ਹੈ। ਮੌਕਾ ਪ੍ਰਸਤ ਲੋਕ, ਕੁਝ ਲੋਕਾਂ ਦੀ ਚਾਪਲੂਸੀ ਕਰਕੇ ਟਕਸਾਲੀ ਵਰਕਰਾਂ ਨੂੰ ਪਿੱਛੇ ਧੱਕ ਕੇ ਮੂਹਰਲੀ ਕਤਾਰ ਵਿੱਚ ਲੱਗ ਰਹੇ ਨੇ, ਜਿਸਦੇ ਕਰਕੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਜਾ ਰਹੀ ਪਾਰਟੀ ਦੀ ਸੇਵਾ ਮਿੱਟੀ ਵਿੱਚ ਰੋਲ ਦਿੰਦੇ ਨੇ। ਇਸ ਤਰ੍ਹਾਂ ਦੇ ਸਖਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਚਿੱਠੀ ਦੇ ਵਿੱਚ। ਇਸ ਚਿੱਠੀ ਦੇ ਵਿੱਚ ਇਹਨਾਂ ਟਕਸਾਲੀ ਬੀਬੀਆਂ ਨੇ, ਜਿਹੜੇ ਟਕਸਾਲੀ ਵਰਕਰ ਨੇ, ਇਹਨਾਂ ਨੇ ਇਹ ਗੱਲ ਲਿਖੀ ਹੈ ਆਪਣੀ ਚਿੱਠੀ ਦੇ ਵਿੱਚ। ਲੱਭੋ ਲਬਾਬ ਇਹਦਾ ਇਹ ਹੈਗਾ ਕਿ ਟਕਸਾਲੀ ਲੀਡਰਾਂ ਨੂੰ ਛੱਡ ਕੇ ਜਿਹੜਾ ਲੰਬੇ ਸਮੇਂ ਤੋਂ ਇਸਤਰੀ ਵਿੰਗ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਸਨ, ਸੇਵਾ ਕਰ ਰਹੀਆਂ ਸਨ, ਉਹਨਾਂ ਨੂੰ ਛੱਡ ਕੇ ਇੱਕ ਵੱਖਰੀ ਵਿਚਾਰਧਾਰਾ ਤੋਂ ਆਂਦੇ ਹਰਗੋਬਿੰਦ ਕੌਰ ਹੁਣਾਂ ਨੂੰ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਥਾਪ ਦਿੱਤਾ ਗਿਆ ਹੈ। ਇਸ ਦੇ ਵਿੱਚ ਇੱਕ ਹੋਰ ਬਹੁਤ ਹੀ ਜਿਹੜੀ ਵੱਡੀ ਗੱਲ ਹੈ ਉਹ ਲਿਖੀ ਗਈ ਹੈ। ਉਹਨਾਂ ਨੇ ਲਿਖਿਆ ਕਿ ਕਈ ਦਹਾਕਿਆਂ ਤੋਂ ਜਿਹੜੀ ਪਾਰਟੀ ਦੀ ਸੇਵਾ ਕਰ ਰਹੀਆਂ ਸਨ ਉਹਨਾਂ ਨੂੰ ਪੂਰੀ ਤਰ੍ਹਾਂ ਪਾਰਟੀ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਔਰ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਹਰਗੋਬਿੰਦ ਕੌਰ ਦੇ ਬਾਰੇ ਕਿ ਜਿਹੜੇ ਧਰਨੇ ਮੁਜ਼ਾਹਰੇ ਲਾਉਂਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਸਖਤ ਵਿਰੋਧ ਕਰਦੇ ਰਹੇ ਨੇ, ਉਹਨਾਂ ਦੇ ਖਿਲਾਫ ਬਹੁਤ ਸਖਤ ਸ਼ਬਦਾਂ 'ਚ ਨਾਅਰੇਬਾਜ਼ੀ ਕਰਦੇ ਰਹੇ ਨੇ, ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਲਾ ਦਿੱਤਾ ਗਿਆ ਹੈ। ਤੇ ਜਿਹੜੇ ਉਸ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਖੜੇ ਸੀਗੇ ਉਹਨਾਂ ਨੂੰ ਹੁਣ ਪ੍ਰਧਾਨ ਦੇ ਪਿੱਛੇ ਖੜੇ ਹੋਣ ਦਾ ਫਰਮਾਨ ਦਿੱਤਾ ਗਿਆ ਹੈ। ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਬੀਬੀ ਨਫ਼ਰਤ ਭਰੇ ਅੰਦਾਜ਼ ਵਿੱਚ ਬਾਬਰ ਤੇ ਬੇਈਮਾਨ ਕਹਿ ਕੇ ਸੰਬੋਧਨ ਕਰਦੇ ਰਹੇ ਨੇ, ਉਹ ਬੀਬੀ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਹਿੱਸਾ ਬਣਾ ਦਿੱਤੇ ਗਏ ਨੇ। ਤੇ ਇਹ ਬਹੁਤ ਸਖਤ ਸ਼ਬਦ ਹੈਗੇ ਨੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਢੰਗ ਨਾਲ ਯਾਦ ਕਰਾਇਆ ਹੈ ਕਿ ਇਹ ਉਹ ਵਰਕਰ ਜਿਨ੍ਹਾਂ ਨੂੰ ਪ੍ਰਧਾਨਗੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਸ਼ਾਮਿਲ ਕਰਾਇਆ ਗਿਆ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਬਾਬਰ ਕਹਿੰਦੇ ਰਹੇ ਨੇ। ਮਤਲਬ ਬਾਬਰ ਦੇ ਨਾਲ ਉਹਨਾਂ ਦੀ ਜਿਹੜੀ ਹੈ ਤੁਲਨਾ ਕਰਦੇ ਰਹੇ ਨੇ, ਬੇਈਮਾਨ ਕਹਿੰਦੇ ਰਹੇ ਨੇ। ਤੇ ਇਸ ਦੇ ਵਿੱਚ ਇਹਨਾਂ ਤਮਾਮ
ਟਕਸਾਲੀ ਮਾਫ ਕਰਨਾ, ਜਿਹੜੇ ਇਹਨਾਂ ਦੇ ਵਿੱਚ ਇਹਨਾਂ तमाम ਮਹਿਲਾ ਵਿੰਗ ਦੀਆਂ ਅਹੁਦੇਦਾਰਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ, ਉਹਨਾਂ ਦੀ ਗਿਣਤੀ 35 ਹੈਗੀ ਹੈ। 35 ਮਹਿਲਾਵਾਂ ਨੇ ਇੱਕ ਸੂਚੀ ਭੇਜੀ ਹੈ ਜਿਹੜੀ ਪਾਰਟੀ ਨੂੰ, ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਾਬਕਾ ਐਮਐਲਏ ਵੀ ਹੈਗੀਆਂ ਨੇ, ਜਿਸ ਦੇ ਵਿੱਚ ਹਰਪ੍ਰੀਤ ਕੌਰ ਸਾਬਕਾ ਐਮਐਲਏ ਹੈ, ਹਰਪ੍ਰੀਤ ਕੌਰ ਬਰਨਾਲਾ, ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਤੋਂ ਜਿਹੜੇ ਸ਼ਾਮਲ ਹੋਏ ਸੀਗੇ, ਉਹ ਸਾਬਕਾ ਵਾਈਸ ਪ੍ਰਧਾਨ ਨੇ ਇਸਤਰੀ ਅਕਾਲੀ ਦਲ ਦੇ। ਆਪਾਂ ਮੈਂ ਕਹਿ ਸਕਦੇ ਹਾਂ ਕਿ ਵੱਡਾ ਝਟਕਾ। ਔਰ ਇੱਥੇ ਇੱਕ ਬਹੁਤ ਇੰਪੋਰਟੈਂਟ ਨਾਮ ਹੈ ਇਸ ਦੇ ਵਿੱਚ, ਇੱਕ ਬਹੁਤ ਹੋਰ ਇੰਪੋਰਟੈਂਟ ਨਾਮ ਹੈ ਬੀਬੀ ਪਰਮਜੀਤ ਕੌਰ ਲਾਂਡਰਾ। ਬੀਬੀ ਪਰਮਜੀਤ ਕੌਰ ਲਾਂਡਰਾ ਜਿਹੜੇ ਸਾਬਕਾ ਮੈਂਬਰ ਸੀਗੇ ਉਹਦੇ ਮਹਿਲਾ ਕਮਿਸ਼ਨ ਦੇ ਵੀ। ਹਾਂਜੀ ਜੀ, ਤੇ ਇਸ ਲਈ ਬਹੁਤ ਵੱਡਾ ਝਟਕਾ ਹੈਗਾ। ਅੱਜ ਦੇ ਦਿਨ ਦੇ ਵਿੱਚ ਵੱਡੀ ਬਗਾਵਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਆਧਾਰ ਵਾਪਸ ਹਾਸਲ ਕਰਨ ਦੇ ਲਈ ਐਸੇ ਮਹਿਲਾ ਨੂੰ ਚੁਣਿਆ ਸੀਗਾ ਜਿਨ੍ਹਾਂ ਦਾ ਆਂਗਨਵਾੜੀ ਵਰਕਰਾਂ ਦੀ ਇੱਕ ਵੱਡੀ ਵਰਕ ਫੋਰਸ ਹੈ ਦੇਸ਼ ਭਰ ਦੇ ਵਿੱਚ, ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ। ਤੇ ਪਾਰਟੀ ਦੇ ਅੰਦਰ ਵੱਡੀ ਬਗਾਵਤ ਹੋ ਗਈ ਹੈ 2 ਦਿਨਾਂ ਦੇ ਅੰਦਰ ਹੀ, ਜਿਸ ਨੂੰ ਸਮੇਟਣਾ ਜਾਂ ਜਿਸ ਨੂੰ ਟੈਕਲ ਕਰਨਾ ਪਾਰਟੀ ਦੇ ਲਈ ਵੱਡੀ ਸਿਰਦਰਦੀ ਬਣਨ ਵਾਲੀ ਹੈ ਆਉਂਦੇ ਦਿਨਾਂ ਦੇ ਵਿੱਚ। ਇੱਥੇ ਇੱਕ ਵੱਡੀ ਗੱਲ ਹੋਰ ਸੋਚਣ ਤੇ ਵਿਚਾਰਨ ਵਾਲੀ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲੇ ਟਕਸਾਲੀ ਲੀਡਰਾਂ ਦੀ ਗੱਲ ਕਰੀਏ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰਾਂ ਦੀ ਗੱਲ ਕਰ ਰਿਹਾ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਣੀ ਹੋਣ, ਚਾਹੇ ਉਹ ਉਸ ਵੇਲੇ ਅਜਨਾਲਾ ਹੋਣੀ ਹੋਣ, ਚਾਹੇ ਉਹ ਬ੍ਰਹਮਪੁਰ ਹੋਣ। ਜਦੋਂ ਇੱਕ ਵਾਰ ਬਗਾਵਤ ਹੋਈ ਸੀ ਤਾਂ ਪੁਰਸ਼ਾਂ ਤੋਂ ਬਾਅਦ ਕਹਿ ਸਕਦੇ ਹਾਂ ਕਿ ਟਕਸਾਲੀ ਇਸਤਰੀਆਂ ਨੇ ਉਹਨਾਂ ਦੇ ਵੱਲੋਂ ਬਗਾਵਤ ਕੀਤੀ ਗਈ ਹੈ। ਔਰ ਦੂਸਰੀ ਗੱਲ, ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਉਸ ਤੋਂ ਬਾਅਦ ਇਹ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਸੌਫਟ ਕਾਰਨਰ ਨਜ਼ਰ ਆਉਂਦਾ ਉਹਨਾਂ ਟਕਸਾਲੀ ਲੀਡਰਾਂ ਦੇ ਵਿੱਚ, ਚਾਹੇ ਉਹ ਮਹਿਲਾਵਾਂ ਹੋਣ ਚਾਹੇ ਉਹ ਪੁਰਸ਼ ਹੋਣ। ਔਰ ਕਿਤੇ ਨਾ ਕਿਤੇ ਨੇੜਤਾ ਦੁਬਾਰਾ ਬਦਲਣ ਲੱਗੀ ਸੀ। ਲੱਗ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਫਿਰ ਤੋਂ ਮਜ਼ਬੂਤੀ ਵੱਲ ਵੱਧ ਰਿਹਾ। ਪਰ ਠੀਕ ਉਸ ਵੇਲੇ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਇਸਤਰੀ ਵਿੰਗ ਦੀ ਮਹਿਲਾ ਦੀ ਪ੍ਰਧਾਨਗੀ ਦੇ ਅਹੁਦਾ ਜਿਹੜਾ ਹਰਗੋਬਿੰਦ ਕੌਰ ਨੂੰ ਦਿੱਤਾ ਗਿਆ, ਉਹ ਕਿਤੇ ਨਾ ਕਿਤੇ ਰਾਸ ਨਹੀਂ ਆ ਰਿਹਾ। ਔਰ ਮੁੜ ਤੋਂ ਇੱਕ ਵਾਰ ਫਿਰ ਤੋਂ ਪਾਰਟੀ ਬੈਕਫੁੱਟ ਤੇ ਆ ਗਈ ਹੈ। ਬਿਲਕੁਲ ਬੈਕਫੁੱਟ ਤੇ ਔਰ ਬਹੁਤ ਵੱਡੇ ਤਰੀਕੇ ਨਾਲ। ਮੈਂ ਤੁਹਾਨੂੰ ਯਾਦ ਦਿਵਾਣਾ, ਜਿਸ ਦਿਨ ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ, ਉਸ ਸਮੇਂ ਜ਼ਿਆਦਾਤਰ ਜਿਹੜੀਆਂ ਮਹਿਲਾਵਾਂ ਸੀਗੀਆਂ ਉਹ ਹਰਗੋਬਿੰਦ ਕੌਰ ਦੀਆਂ ਜਥੇਬੰਦੀ ਦੇ ਵਿੱਚੋਂ ਹੀ ਸ਼ਾਮਲ ਹੋਈਆਂ ਸੀ। ਉਸ ਦਿਨ ਵੀ ਅਕਾਲੀ ਦਲ ਦੀਆਂ ਜ਼ਿਆਦਾਤਰ ਅਹੁਦੇਦਾਰ ਜਿਹੜੀਆਂ ਸੀ ਉਹ ਉਸ ਜੁਆਇਨਿੰਗ ਸਮਾਗਮ ਦੇ ਵਿੱਚ ਨਹੀਂ ਪਹੁੰਚੀਆਂ ਸੀ। ਇਹ ਉਸ ਦਿਨ ਵੀ ਇਸ ਚੀਜ਼ ਦੀ ਵਿੱਚੋਂ ਕੁਝ ਸੁੱਗ ਨਿਕਲੀ ਸੀ, ਸੰਕੇਤ ਮਿਲ ਗਏ, ਸ਼ਾਇਦ ਉਹਨਾਂ ਨੇ ਨਵੀਂ ਪ੍ਰਧਾਨ ਨੂੰ ਐਕਸੈਪਟ ਨਹੀਂ ਕੀਤਾ। ਤੇ ਉਹਦਾ ਨਤੀਜਾ ਹੁਣ 2 ਦਿਨਾਂ ਦੇ ਅੰਦਰ ਨਜ਼ਰ ਆਇਆ ਕਿ ਜਿਹੜਾ ਉਸ ਦਿਨ ਅਹੁਦਾ ਐਲਾਨ ਵਾਲੇ ਦਿਨ ਵੀ ਨਹੀਂ ਪਹੁੰਚੀਆਂ ਸੀਗੀਆਂ, ਉਹ ਉਸ ਦਿਨ ਵੀ ਨਾ ਖੁਸ਼ ਸੀ ਇਸ ਗੱਲ ਤੋਂ। ਔਰ ਅੱਜ ਉਹ ਨਾ ਖੁਸ਼ੀ ਜਿਹੜੀ ਆ ਪੂਰੀ ਤਰ੍ਹਾਂ ਵਿਰੋਧ ਔਰ ਬਗਾਵਤ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਹੈ। ਪਰ ਭਾਵੇਂ ਦੂਸਰੀ ਗੱਲ ਹੁਣ ਇੱਥੇ ਇੱਕ ਹੋਰ ਜ਼ਿਕਰ ਕਰ ਲੈਂਦੇ ਆਪਾਂ, ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਕਿਉਂਕਿ ਇੱਕ ਸ਼ਖਸ ਦੇ ਲਈ ਉਹ ਆਪਣਾ ਐਡਾ ਵੱਡਾ ਜਿਹੜਾ ਲੌਸ ਹੈ ਕਿ ਉਹ ਹੋਣ ਦੇਣਗੇ ਕਿ ਜਿਹੜੇ ਟਕਸਾਲੀ ਜਿਹੜੀਆਂ ਇਸਤਰੀਆਂ ਜੁੜੀਆਂ ਹੋਈਆਂ, ਤੁਸੀਂ ਜ਼ਿਕਰ ਕੀਤਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੇਲੇ ਹੁਣ ਜੁੜੀਆਂ ਹੋਈਆਂ ਸੀਗੀਆਂ ਪਾਰਟੀ ਦੇ ਨਾਲ, ਔਰ ਲੰਬੇ ਦਹਾਕੇ ਤੱਕ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ। ਤਾਂ ਅਜਿਹੇ ਦੇ ਵਿੱਚ ਕਹਿ ਸਕਦੇ ਹਾਂ ਕਿ ਬੇਹੱਦ ਚੁਣੌਤੀਪੂਰਨ ਔਰ ਔਖਾ ਫੈਸਲਾ ਹੋਵੇਗਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਈ ਕਿ ਅਜਿਹੀ ਘੜੀ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਬਾਹਰ ਨਿਕਲਣਗੇ। ਬਹੁਤ ਮੁਸ਼ਕਲ ਫੈਸਲਾ ਹੋਏਗਾ। ਹੁਣ ਕੀ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਾਰਟੀ ਦੀ ਨਵੀਂ ਮਹਿਲਾ ਵਿੰਗ ਦੀ ਪ੍ਰਧਾਨ ਐਲਾਨੇ ਆ 2 ਦਿਨ ਪਹਿਲਾਂ, ਹੁਣ ਕੀ ਇਹਨਾਂ ਅਸਤੀਫਿਆਂ ਤੋਂ ਬਾਅਦ ਉਹ ਪ੍ਰਧਾਨਗੀ ਤੋਂ ਹਟਾਉਣਗੇ ਉਹਨਾਂ ਨੂੰ? ਜ਼ਾਹਿਰ ਤੌਰ ਤੇ ਨਹੀਂ ਹਟਾਉਣਗੇ। ਤੇ ਜੇ ਉਹ ਨਹੀਂ ਹਟਾਉਣਗੇ ਤੇ ਕੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਬਾਦਲ ਇਹ ਅਫੋਰਡ ਕਰਦੇ ਨੇ ਕਿ ਉਹਨਾਂ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨ ਅਸਤੀਫਾ ਦੇ ਜਾਣ, ਵੱਡੇ ਅਹੁਦੇਦਾਰ ਅਸਤੀਫਾ ਦੇ ਜਾਣ, ਟਕਸਾਲੀ ਪਰਿਵਾਰਾਂ ਤੋਂ ਆਉਂਦੀਆਂ ਅਹੁਦੇਦਾਰ ਮਹਿਲਾਵਾਂ ਅਸਤੀਫਾ ਦੇ ਜਾਣ? ਇਹ ਵੀ ਨੁਕਸਾਨ ਜਿਹੜਾ ਵਾ ਅਫੋਰਡ ਨਹੀਂ ਹੈਗਾ। ਇਸ ਲਈ ਬਹੁਤ ਵੱਡੀ ਦੁਚਿੱਤੀ ਆ। ਰਾਜਨੀਤਿਕ ਲਾਸ ਕਹਿ ਸਕਦੇ ਹਾਂ ਆਪਾਂ, ਰਾਜਨੀਤਿਕ ਲਾਸ ਕਹਿ ਸਕਦੇ। ਔਰ ਭਾਵੇਂ ਇੱਕ ਜੇ ਆਪਾਂ ਐਂਗਲ ਹੋਰ ਦੇਖੀਏ ਇਸ ਖਬਰ ਦਾ, ਕਿਉਂਕਿ ਬੀਬੀ ਜਗੀਰ ਕੌਰ ਦਾ ਮੈਂ ਜ਼ਿਕਰ ਇੱਥੇ ਕਰ ਰਿਹਾ। ਇੱਕ ਚੀਜ਼ ਪੁੱਲਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਜਿਹੜੀ ਤੁਸੀਂ ਸਵਾਲ ਕੀਤਾ ਸੀਗਾ ਉਹਦਾ ਮੈਂ ਜਵਾਬ ਕੰਪਲੀਟ ਕਰ ਦਵਾਂ। ਦੁਚਿੱਤੀ ਦੇ ਵਿੱਚ ਸੁਖਬੀਰ ਬਾਦਲ ਜ਼ਰੂਰ ਫਸਣਗੇ ਕਿ ਹੁਣ ਕੀ 2 ਦਿਨ ਪਹਿਲਾਂ ਬਣਾਈ ਪ੍ਰਧਾਨ ਨੂੰ ਹਟਾਈਏ ਤੇ ਜਾਂ ਟਕਸਾਲੀਆਂ ਜਿਹੜੀਆਂ ਬੀਬੀਆਂ ਅਸਤੀਫਾ ਦੇ ਗਈਆਂ ਉਹਨਾਂ ਨੂੰ ਮਨਾਈਏ। ਔਰ ਇਹਨਾਂ ਟਕਸਾਲੀ ਬੀਬੀਆਂ ਨੂੰ ਮਨਾਉਣ ਦਾ ਜਿਹੜਾ ਰਸਤਾ ਹੈਗਾ ਉਹ ਬਹੁਤ ਟੇਢਾ ਲੱਗ ਰਿਹਾ। ਉਹ ਇਸ ਲਈ ਕਿਉਂਕਿ ਸਾਡੀ ਜਾਣਕਾਰੀ ਮੁਤਾਬਕ ਪਹਿਲਾਂ ਵੀ ਇਹੀ 1-2 ਦਿਨਾਂ ਦੇ ਅੰਦਰ ਹੀ ਕੁਝ ਸੀਨੀਅਰ ਅਕਾਲੀ ਨੇਤਾਵਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਬੀਬੀਆਂ ਦੇ ਨਾਲ ਗੱਲਬਾਤ ਕਰੇ
ਕੀਤੀ ਜਾਵੇ ਔਰ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏ ਔਰ ਹਰਗੋਬਿੰਦ ਕੌਰ ਦਾ ਸਮਰਥਨ ਦੇਣ ਦੇ ਲਈ ਮਨਾ ਲਿਆ ਜਾਵੇ। ਪਰ ਉਹ ਸੀਨੀਅਰ ਲੀਡਰ ਬੀਬੀਆਂ ਨੂੰ ਮਨਾਉਣ ਦੇ ਵਿੱਚ ਅਸਫਲ ਸਾਬਤ ਹੋਏ ਨੇ। ਇਸ ਦੇ ਲਈ ਮਨਾਉਣ ਵਾਲੀ ਕੋਸ਼ਿਸ਼ ਪਹਿਲਾਂ ਹੋ ਚੁੱਕੀ ਹੈ ਔਰ ਉਹ ਨਹੀਂ ਮੰਨੀਆਂ। ਕੀ ਹੁਣ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਕਿਸੇ ਸਮਝੌਤੇ ਤੇ ਲੈ ਕੇ ਆ ਪਾਣਗੇ ਕਿ ਹਰਗੋਬਿੰਦ ਕੌਰ ਦੇ ਨਾਲ ਲੱਗ ਕੇ ਚੱਲਿਆ ਜਾ ਸਕੇ ਜਾਂ ਹਰਗੋਬਿੰਦ ਕੌਰ ਦੇ ਅਗੇਂਸਟ ਕੋਈ ਸਖਤ ਫੈਸਲਾ ਲਿਆ ਜਾ ਸਕਦਾ? ਸਥਿਤੀ ਅਜੇ ਕਿਸ ਪਾਸੇ ਨੂੰ ਜਾਏਗੀ, ਇਹ ਸਿਆਸਤ ਦਾ ਊਂਟ ਕਿਹੜੇ ਪਾਸੇ ਬੈਠੇਗਾ, ਇਹ ਹਜੇ ਕਲੀਅਰ ਨਹੀਂ ਆ। ਪਰ ਅਕਾਲੀ ਦਲ ਦੇ ਲਈ ਅੰਦਰੂਨੀ ਬਹੁਤ ਵੱਡੀ ਚੁਣੌਤੀ ਜਿਹੜੀ ਉਹ ਖੜੀ ਹੋ ਗਈ ਹੈ। ਬਿਲਕੁਲ ਬਾਮਿਲ, ਆਖਰੀ ਸਵਾਲ ਆਪਾਂ ਜ਼ਿਕਰ ਕਰ ਰਿਹਾ ਸੀਗਾ ਮੈਂ ਕਿ ਬੀਬੀ ਜਗੀਰ ਕੌਰ ਦਾ ਇੱਥੇ ਜ਼ਿਕਰ ਕਰਨਾ ਬਣਦਾ ਕਿਉਂਕਿ ਲੰਬਾ ਸਮਾਂ ਜਿਵੇਂ ਗੱਲ ਕਰ ਰਿਹਾ ਕਿ ਟਕਸਾਲੀ ਜਿਹੜੇ ਸ਼੍ਰੋਮਣੀ ਅਕਾਲੀ ਇਸਤਰੀਆਂ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ ਜਦ ਤੋਂ ਉਹ ਪਾਰਟੀ ਤੋਂ ਵੱਖ ਹੋਈਆਂ ਨੇ, ਕਿਉਂਕਿ ਲੰਬਾ ਸਮਾਂ ਜਿਹੜੀਆਂ ਟਕਸਾਲੀ ਮਹਿਲਾਵਾਂ ਨੇ ਜਿਨ੍ਹਾਂ ਦੇ ਵੱਲੋਂ ਬਗਾਵਤ ਕੀਤੀ ਗਈ ਹੈ ਉਹ ਉਹਨਾਂ ਦੇ ਨਾਲ ਚੱਲੀਆਂ ਸੀ। ਔਰ ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਨੇ ਪਹਿਲਾਂ ਵੀ ਇਲਜ਼ਾਮ ਲਗਾਏ ਸੀ ਕਿ ਬਣਦਾ ਜਿਹੜਾ ਟਕਸਾਲੀ ਲੀਡਰਾਂ ਦਾ ਜਿਹੜਾ ਉਹਨਾਂ ਦਾ ਹੱਕ ਬਣਦਾ ਜਾਂ ਕਹਿ ਲਈਏ ਉਹਨਾਂ ਦਾ ਬਣਦਾ ਸਨਮਾਨ ਬਣਦਾ ਹੁਣ ਪਾਰਟੀ ਦੇ ਵਿੱਚ ਨਹੀਂ ਬਣ ਰਿਹਾ, ਤਾਂ ਉਹ ਫੈਕਟਰ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿਉਂਕਿ ਡਾਇਰੈਕਟਲੀ ਨਹੀਂ ਤਾਂ ਇਨਡਾਇਰੈਕਟਲੀ ਕਿਤੇ ਨਾ ਕਿਤੇ ਇਹ ਟੱਚ ਦੇ ਵਿੱਚ ਰਹਿੰਦੇ ਨੇ। ਦੇਖੋ ਇਸ ਦੇ ਵਿੱਚ ਇੱਕ ਜਾਣਕਾਰੀ ਇਹ ਵੀ ਨਿਕਲ ਕੇ ਆ ਰਹੀ ਹੈਗੀ ਹੈ ਭੁੱਲਰ, ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਬੀਬੀ ਜਗੀਰ ਕੌਰ ਦਾ ਜ਼ਿਕਰ ਕੀਤਾ ਕਿ ਇਹਨਾਂ ਦੇ ਵਿੱਚੋਂ ਇਹ ਜਿਹੜੀਆਂ ਮਹਿਲਾਵਾਂ ਨੇ ਵਿਰੋਧ ਕੀਤਾ ਜਾਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਬੀਬੀ ਜਗੀਰ ਕੌਰ ਦੇ ਸੰਪਰਕ ਦੇ ਵਿੱਚ ਸਨ। ਸਾਰੀਆਂ ਬੀਬੀ ਜਗੀਰ ਕੌਰ ਦੀ ਇਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ। ਕਿਤੇ ਇਹ ਵੀ ਚਰਚਾ ਚੱਲਦੀ ਹੈ ਕਿ ਇਸ ਬਗਾਵਤ ਦੇ ਪਿੱਛੇ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਬੀਬੀ ਜਗੀਰ ਕੌਰ ਉਹਨਾਂ ਦਾ ਕੋਈ ਰੋਲ ਹੋ ਸਕਦਾ। ਮੈਂ ਹੋ ਸਕਦਾ ਸ਼ਬਦ ਇਸਤੇਮਾਲ ਕਰ ਰਿਹਾ ਹੈਗਾ, ਨਹੀਂ ਕਹਿ ਰਿਹਾ, ਹੋ ਸਕਦਾ। ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ, ਹਾਲਾਂਕਿ ਉਹ ਅਜੇ ਕਨਫਰਮ ਨਹੀਂ ਹੈਗਾ। ਇਹ ਗੱਲ ਅਸੀਂ ਕੋਸ਼ਿਸ਼ ਕਰਾਂਗੇ ਵੀ ਕਨਫਰਮ ਕੀਤੀ ਜਾਵੇ ਜਾਂ ਹੋ ਜਾਏਗੀ ਕੁਝ ਸਮੇਂ ਤੋਂ ਬਾਅਦ। ਪਰ ਇਸ ਦੇ ਵਿੱਚ ਕਿਤੇ ਨਾ ਕਿਤੇ ਇੰਟਰਫੇਰੈਂਸ ਜਾਂ ਕਿਤੇ ਨਾ ਕਿਤੇ ਥੋੜਾ ਸਿਆਸੀ ਦਾ ਪੇਚ ਬੀਬੀ ਜਗੀਰ ਕੌਰ ਉਹਨਾਂ ਵੱਲ ਵੀ ਕਿਤੇ ਚਰਚਾਵਾਂ ਨਿਕਲਦੀਆਂ ਨੇ। ਉਹ ਹਜੇ ਕਨਫਰਮ ਨਹੀਂ ਹੈ, ਪਰ ਹਾਂ ਇੰਨਾ ਜ਼ਰੂਰ ਹੈ ਕਿ ਸਿਆਸਤ ਦੇ ਵਿੱਚੋਂ ਇਸ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਤੋਂ ਪੋਸਿਬਿਲਿਟੀ ਤੋਂ ਕਦੇ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਪਮਿਲ, ਤਾਂ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਅਪਡੇਟ ਕਰੇ ਦਰਸ਼ਕਾਂ ਨੂੰ ਇਸ ਵੇਲੇ ਦੀ ਵੱਡੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਹਿ ਰਹੀ ਹੈ ਕਿ ਬਹੁਤ ਮਾੜੀ ਖਬਰ ਕਹਿ ਸਕਦੇ ਹਾਂ ਕਿਉਂਕਿ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਹੈ। 35 ਮਹਿਲਾ ਅਹੁਦੇਦਾਰਾਂ ਦੇ ਵੱਲੋਂ ਆਪਣੇ ਅਸਤੀਫੇ ਦਿੱਤੇ ਗਏ ਨੇ ਕਿਉਂਕਿ ਮਹਿਜ਼ 2 ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਐਲਾਨਿਆ ਗਿਆ ਸੀ, ਉਹਨਾਂ ਨੂੰ ਅਹੁਦੇ ਨਾਲ ਨਵਾਜਿਆ ਗਿਆ ਸੀ। ਪਰ ਠੀਕ ਉਸ ਤੋਂ 2 ਦਿਨ ਬਾਅਦ ਹੀ ਵੱਡੀ ਬਗਾਵਤ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੇ ਵਿੱਚ ਸ਼ੁਰੂ ਹੋ ਗਈ ਹੈ। ਨਾ ਕੇਵਲ ਸ਼ੁਰੂ ਹੋਈ ਹੈ ਬਲਕਿ 35 ਜਿਹੜੀ ਟਕਸਾਲੀ ਅਹੁਦੇਦਾਰਾਂ ਸੀ ਮਹਿਲਾ ਵਿੰਗ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਔਰ ਵਿਰੋਧ ਲਗਾਤਾਰ ਜਾਰੀ ਹੈ। ਤਾਂ ਕੀ ਇਸ ਅੰਦਰੂਨੀ ਫੁੱਟ ਨੂੰ ਜਿਹੜੀ ਕਿ ਹੁਣ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਮਹਿਲਾ ਵਿੰਗ ਦੇ ਵਿੱਚ, ਕੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਨੂੰ ਠੀਕ ਕਰ ਪਾਉਣਗੇ? ਕੀ ਪਾਰਟੀ ਪ੍ਰਧਾਨ ਹੁਣ ਇਸ ਨੂੰ ਲੈ ਕੇ ਕੋਈ ਨਵਾਂ ਐਕਸ਼ਨ ਲੈਣਗੇ ਜਾਂ ਫਿਰ ਉਹ ਜਿਹੜੇ ਰੁੱਸੇ ਹੋਏ ਉਹਨਾਂ ਦੇ ਵਰਕਰ ਨੇ ਜਾਂ ਜੋ ਬਗਾਵਤ ਕਰਦੇ ਨੇ ਕੀ ਉਹਨਾਂ ਨੂੰ ਮਨਾ ਪਾਉਣਗੇ? ਇਸ ਪੂਰੇ ਜੋ ਇੱਕ ਵੱਡੀ ਚਰਚਾ ਬਣ ਗਈ ਹੈ ਜਾਂ ਪੂਰਾ ਇਹ ਆਪਾਂ ਕਹਿ ਲਈਏ ਕਿ ਜਿਹੜੀ ਵੱਡੀ ਖਬਰ ਆ ਰਹੀ ਹੈ ਇਸ ਦੇ ਪਿੱਛੇ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਲਾਸ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਕਿਸ ਤਰੀਕੇ ਦੇ ਨਾਲ ਉੱਭਰੇਗਾ ਔਰ ਭਵਿੱਖ ਦੇ ਵਿੱਚ ਕੀ ਰੂਪਰੇਖਾ ਇਸ ਦੀ ਤਿਆਰ ਕੀਤੀ ਜਾਵੇਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਰਹੇਗੀ, ਇਹ ਦੇਖਣਾ ਹੋਵੇਗਾ।